स्वागत तुसीं देख रहे हो पंजाब टैलीविजन और मैं हरजिंदर सिंह रंधावा। मेरे नाल ने सरदार नरेंद्रपाल सिंह। सरदार साहब, बेशक इतिहास की सब तो वड्डी जंग दिल्ली च लड़ी जा रही है, लेकिन उस जंग का कर्म खेतर रण खेतर असल च पंजाब आ। बिल्कुल। जदों साडे अपने उत्थों किसी प्राप्ति नाल वापस मुड़नगे तो उन्हां दा प्रथम तरजीह ये होने वाली है कि इत्थे दी सत्ता बदले, इत्थे दी व्यवस्था विच कुछ सिफती तब्दीलियां होण। अज असीं गल करनी है कि भावें सब तो वड्डी जंग उत्थे आ, लेकिन एक अणदिसती जंग इत्थे पंजाब च भी लड़ी जा रही। जदों वापस मुड़नगे बदलाव लई चेहरिਆਂ ਦਾ ਜ਼ਿਕਰ ਹੋਊਗਾ। ਅਤੀਤ ਵਿੱਚ ਜਿਹੜੇ ਚਿਹਰੇ ਬਦਲਾਅ ਲਈ ਮੂਹਰੇ ਆਏ, ਬਦਲਵੇਂ ਪ੍ਰਬੰਧ ਲਈ, ਸੱਤਾ ਦੇ ਬਦਲਵੇਂ ਪ੍ਰਬੰਧ ਲਈ ਆਏ, ਉਹਨਾਂ ਚੋਂ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਬੈਂਸ ਔਰ ਗਾਂਧੀ ਵਰਗੇ ਲੋਕ ਸੀ। ਜਦੋਂ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਵਾਪਸ ਮੁੜਦੇ ਦੇਖ ਰਹੇ ਹੋ, ਖਹਿਰੇ ਦਾ ਜਗ੍ਹਾ ਹੈ ਸਵਾਲ ਅਮਰਜੀਤ ਸੰਦੋਆ, ਬਿਲਕੁਲ, ਔਰ ਜਦੋਂ ਨਵਜੋਤ ਸਿੰਘ ਸਿੱਧੂ ਦੇ ਅਕਸ ਦਾ ਖੋਰਾ ਲੱਗ ਗਿਆ, ਬਿਲਕੁਲ, ਜਦੋਂ ਸੁਖਪਾਲ ਸਿੰਘ ਖਹਿਰਾ ਸਥਾਪਿਤ ਹੋ ਕੇ ਵੀ ਅਣਸਥਾਪਿਤ ਹੋ ਗਏ ਕਿ ਉਹ ਲੀਡਰ ਜਿਹੜਾ ਨਾਲ ਰੱਖ ਸਕੇ ਦੂਜਿਆਂ ਨੂੰ, ਬੈਂਸ ਇੱਕ ਖਿੱਤੇ ਤੱਕ ਸੀਮਤ ਹੋ ਕੇ ਵਿਵਾਦਾਂ 'ਚ ਘਿਰ ਗਏ ਤੇ ਡਾਕਟਰ ਗਾਂਧੀ ਇੱਕ ਛੋਟੇ ਏਰੀਏ ਤੱਕ, ਇੱਕ ਆਪਣੇ ਕਾਰਜ ਖੇਤਰ ਤੱਕ ਸੀਮਤ ਵਾਪਸ ਸਮਾਜ ਸੇਵਾ ਵਾਲੇ ਪਾਸੇ ਆ ਗਏ ਨੇ। ਇਹ ਸਵਾਲ ਬਹੁਤ ਵੱਡਾ ਹੈ ਕਿ ਜਿਨ੍ਹਾਂ ਨੇ ਇਸ ਖਿੱਤੇ ਦੀ ਇੱਜ਼ਤ ਆਬਰੂ ਲਈ ਮਸ਼ਾਲ ਚੱਕੀ ਹੈ, ਜਦੋਂ ਵਾਪਸ ਮੁੜਨਗੇ ਤੇ ਉਹਨਾਂ ਲਈ ਇੱਥੇ ਦੀ ਰਣ ਭੂਮੀ ਜਿਹੜੀ ਸੱਤਾ ਤਬਦੀਲੀ ਦੀ ਲਹਿਰ ਹੋਊਗੀ ਉਹ ਕਿਵੇਂ ਦੀ ਹੋਊਗੀ, ਇਹ ਵੱਡਾ ਸਵਾਲ ਹੈ। ਲੇਕਿਨ ਮੈਨੂੰ ਜਿਹੜੀਆਂ ਲਾਈਨਾਂ ਨੇ ਮੇਰੀਆਂ ਦੋ ਵਾਰੀ ਅੱਖਾਂ ਧੋਤੀਆਂ ਅਥਰੂਆਂ ਨਾਲ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਸਰਦਾਰ ਸਾਹਿਬ ਮੇਰੇ ਨਾਲ ਗੱਲ ਕਰਦੇ ਸੀ। ਸੁਰਜੀਤ ਪਾਤਰ ਪੰਜਾਬੀ ਦੀ ਅਖਬਾਰ ਦੇ ਵਿੱਚ ਇਸ ਜੋ ਦਿੱਲੀ ਦੇ ਵਿੱਚ ਜੰਗ ਹੈ ਉਹਦੇ ਬਾਰੇ, ਉਸ ਮੂਵਮੈਂਟ ਦੇ ਬਾਰੇ ਕੁਝ ਲਿਖਦੇ ਆ। ਜਦੋਂ ਕਿਹਾ ਜਾਂਦਾ ਨਾ ਕਿ ਕੌਣ ਨੇ ਇਹ ਵਿਵਾਦਿਤ ਲੋਕ ਨੇ, ਇਹ ਕੌਣ ਲੋਕ ਨੇ, ਤੇ ਉਹ ਕਹਿੰਦੇ ਨੇ ਕਿ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਤੇ ਸਰਲੋਕ ਤੇ ਤ੍ਰੈਲੋਕ ਸ਼ਾਮਲ ਨੇ। ਇਹ ਮੇਲਾ ਹੈ। ਉਹ ਕਹਿੰਦੇ ਇਹਦੇ ਵਿੱਚ ਧਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ, ਇਹਦੇ ਵਿੱਚ ਸਾਡੇ ਹਾਸੇ ਹੰਝੂ, ਸਾਡੇ ਗਾਉਣ ਸ਼ਾਮਲ ਨੇ, ਤੇ ਤੈਨੂੰ ਕੁਝ ਪਤਾ ਹੀ ਨਹੀਂ ਕਿ ਇਹਦੇ ਵਿੱਚ ਕੌਣ ਸ਼ਾਮਲ ਹੈ। ਫਿਰ ਇੱਕ ਬੜੀ ਪਿਆਰੀ ਗੱਲ ਕਰਦੇ ਆ, ਉਹ ਦਿੱਲੀ ਦੀ ਕਿਸੇ ਕੁੜੀ ਦਾ ਜ਼ਿਕਰ ਕਰਦੇ ਆ, ਕਿਸੇ ਧੀ ਰਾਣੀ ਦਾ ਜ਼ਿਕਰ ਕਰਦੇ ਆ। ਉਹ ਕਹਿੰਦੇ ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਹਣੀ, ਸਾਨੂੰ ਕਹਿਣ ਲੱਗੀ ਕੱਲ ਦਿੱਲੀ ਦੀ ਧੀ ਸੋਹਣੀ, ਤੁਸੀਂ ਜਦ ਮੁੜ ਗਏ ਇੱਥੋਂ ਬੜੀ ਬੇਰੌਣਕੀ ਹੋਣੀ, ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ, ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ, ਘਰਾਂ ਨੂੰ ਦੌੜਦੇ ਲੋਕਾਂ 'ਚ ਇਹ ਰੰਗਤ ਨਹੀਂ ਹੋਣੀ, ਅਸੀਂ ਫਿਰ ਕੀ ਕਰਾਂਗੇ, ਇਹ ਮੇਲਾ ਹੈ। ਦੇਖੋ, ਕਾਰਨ ਇਹ ਆ ਕਿ ਸਭ ਤੋਂ ਅਹਿਮ ਚੀਜ਼ ਜਿਹੜੀ ਜਿਹਨੂੰ ਬਾਰ-ਬਾਰ ਇੱਕ ਜੰਗ ਵਜੋਂ ਲਿਆ ਜਾ ਰਿਹਾ ਜੀ, ਹਾਲਾਂਕਿ ਉਹ ਹੱਕਾਂ ਲਈ ਜਦੋਜਹਿਦ ਹੈ, ਲੇਕਿਨ ਸੁਰਜੀਤ ਪਾਤਰ ਦਾ ਕੋਮਲ ਹਿਰਦਾ ਜਿਹੜਾ ਇਹਨੂੰ ਅਜੇ ਵੀ ਮੇਲਾ ਵੇਖ ਰਿਹਾ ਜੀ, ਕਿਉਂਕਿ ਉੱਥੇ ਜਿਹੜਾ ਮਾਹੌਲ ਹੈ ਉਹ ਇੰਨਾ ਕੁ ਭਾਈਚਾਰੇ ਵਾਲਾ ਆ ਕਿ ਹਰਿਆਣੇ ਵਾਲੇ ਵੀ ਬੈਠੇ ਨੇ, ਉੱਤਰਾਖੰਡ ਵਾਲੇ ਵੀ ਬੈਠੇ ਨੇ, ਦੂਜੇ ਰਾਜਾਂ ਵਾਲੇ ਵੀ ਬੈਠੇ ਨੇ, ਮੁਸਲਮਾਨ ਭਰਾ ਵੀ ਬੈਠੇ ਨੇ, ਹਿੰਦੂ ਭਰਾ ਵੀ ਬੈਠੇ ਨੇ, ਸਿੱਖ ਵੀ ਬੈਠੇ ਨੇ, ਔਰ ਉੱਥੇ ਕੋਈ ਦਵੈਤ ਨਹੀਂ ਹੈ। ਜੀ। ਇਸ ਕਰਕੇ ਉਹ ਕਹਿੰਦੇ ਨੇ ਕਿ ਜੇ ਸਾਰੇ ਹੀ ਬੈਠੇ ਨੇ, ਸਾਡੇ ਸੰਸਕਾਰ, ਸਾਡੀਆਂ ਪਰੰਪਰਾਵਾਂ, ਸਾਡੀਆਂ ਰਵਾਇਤਾਂ ਉੱਥੇ ਉਸੇ ਤਰ੍ਹਾਂ ਬਰਕਰਾਰ ਨੇ, ਔਰ ਦਿੱਲੀ ਦੀ ਤੰਗ ਦਿਲ ਸਰਕਾਰ ਨੂੰ ਇੱਕ ਸੁਨੇਹਾ ਦੇਣ ਆਏ ਨੇ, ਤੇ ਫਿਰ ਤੈਨੂੰ ਹੀ ਨਹੀਂ ਪਤਾ ਲੱਗਦਾ ਵੀ ਕੌਣ ਬੈਠੇ ਨੇ। ਉਹ ਕਹਿੰਦਾ ਪਾਤਰ ਸਾਹਿਬ ਮਾਫੀ ਚਾਹੁੰਦੇ ਆ, ਤੁਸੀਂ ਪਰਤੋ ਘਰੀ ਰਾਜੀ ਖੁਸ਼ੀ ਇਹ ਦੁਆ ਹੈ ਮੇਰੀ ਜੀ, ਤੁਸੀਂ ਜਿੱਤੋ ਇਹ ਬਾਜੀ ਸੱਚ ਦੀ ਇਹ ਦੁਆ ਹੈ ਮੇਰੀ ਜੀ, ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ ਜੀ, ਨਵੇਂ ਅਹਿਸਾਸ ਸੱਚਰੀ ਸੋਚ ਤੇ ਤਬਦੀਰ ਹੋ ਕੇ ਹੁਣ, ਤਦਬੀਰ ਹੋ ਕੇ ਹੁਣ, ਮੁਹੱਬਤ ਸਾਦਗੀ ਅਪਣਤ ਦੀ ਤਾਸੀਰ ਹੋ ਕੇ ਹੁਣ, ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ। ਠੀਕ ਹੈ ਜੀ। ਸੋ ਇਹ ਸਰਦਾਰ ਸਾਹਿਬ ਇਸ ਤੋਂ ਵਧੀਆ ਜਵਾਬ ਹਾਕਮ ਨੂੰ ਨਹੀਂ ਹੋ ਸਕਦਾ। ਲੇਕਿਨ ਇਹਦੇ ਨਾਲ ਹੀ ਜੁੜਿਆ ਜੀ ਕਿ ਜਦੋਂ ਇੱਕ ਮੇਲਾ ਉੱਥੇ ਬਣ ਚੁੱਕਾ ਆ, ਜੋ ਪੰਜਾਬ ਦੀ ਤਸਵੀਰ ਜਿਹੜੀ ਆ ਉੱਥੇ, ਜਿਹਨੂੰ ਕਹਿੰਦੇ ਨੇ ਘੁੱਗ ਵਸਦਾ ਪੰਜਾਬ, ਅਸੀਂ ਲਫ਼ਜ਼ ਵਰਤਦੇ ਹਾਂ, ਘੁੱਗ ਵਸਦੇ ਸ਼ਹਿਰ, ਘੁੱਗ ਵਸਦਾ ਪਿੰਡ, ਘੁੱਗ ਵਸਦਾ ਪੰਜਾਬ ਉੱਥੇ ਵਸਿਆ ਪਿਆ, ਹਾਲਾਂਕਿ ਹੱਕਾਂ ਲਈ ਲੜ ਰਿਹਾ, ਨਿਰੰਤਰ ਆਪਣੀ ਹੋਂਦ ਦੀ ਸਥਾਪਤੀ ਵੱਲ ਵਧ ਰਿਹਾ। ਤੇ ਜਦੋਂ ਉਹ ਲੋਕ ਸੁੱਖ ਸੁਨੇਹਾ ਲੈ ਕੇ ਵਾਪਸ ਪਰਤਣਗੇ ਤੇ ਫਿਰ ਉਹ ਦੇਖਣਗੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪਿੱਛੇ ਛੱਡ ਗਏ ਸੀ,
ਕੀ ਉਹ ਵੀ ਉੱਥੇ ਹੀ ਖੜੇ ਨੇ? ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਜ ਕੋਈ ਇੱਕ ਵੀਡੀਓ ਹੈ ਕਿਸੇ ਗੈਰ ਪੰਜਾਬੀ ਵੱਲੋਂ ਬਣਾਈ, ਮੈਂ ਦੇਖਦਾ ਸੀ, ਮੈਨੂੰ ਅਮਰੀਕਾ ਤੋਂ ਭੇਜੀ ਗਈ, ਤੇ ਉਹਦੇ ਵਿੱਚ ਇਹ ਜ਼ਿਕਰ ਹੋ ਰਿਹਾ ਕਿ ਇੱਕ ਐਸਾ ਪ੍ਰਬੰਧ ਆ, ਇੱਕ ਐਸਾ ਪ੍ਰਬੰਧ ਹੈ, ਲੰਗਰ ਤਾਂ ਬਹੁਤ ਲੱਗੇ ਹੋਣਗੇ, ਬਿਲਕੁਲ ਅੰਦੋਲਨ ਵੀ ਬੜੇ ਹੋਏ ਹੋਣਗੇ, ਪਰ ਕਿਸੇ ਵਿਵਸਥਾ ਨੂੰ ਬਣਾ ਲੈਣਾ। ਪੰਜਾਬੀਆਂ ਕੋਲੇ ਪਹਿਲੀ ਵਾਰੀ ਸ਼ਾਇਦ ਆਇਆ ਕਿ 5 ਜਾ ਰਹੇ ਨੇ, 5 ਆ ਰਹੇ, ਬਿਲਕੁਲ ਜਿਹੜੇ ਜਾ ਰਹੇ ਨੇ ਤੇ ਆ ਰਹੇ ਨੇ, ਇਹ ਬਦਲਵੇਂ ਪ੍ਰਬੰਧ ਆ। ਇਸ ਅੰਦੋਲਨ ਦਾ ਤੁਸੀਂ ਕੀ ਕਰੋਗੇ? ਪਿੰਡਾਂ 'ਚ ਉਡੀਕ ਹੋ ਰਹੀ ਆ ਕਿ ਉਹ ਪਹਿਲੇ ਕਦੋਂ ਆਉਣ, ਅਸੀਂ ਜਾਣਾ। ਹਾਂ, ਅੱਜ ਘਰੋਂ ਘਰੀ ਇਹ ਇੱਕ ਮੂੰਹ ਦਮੂਈ ਲਹਿਰ ਚੱਲੀ, ਤੁਸੀਂ ਕਦੋਂ ਜਾਣਾ, ਤੁਸੀਂ ਕਦੋਂ ਆਏ। ਸੋ ਇੰਜ ਲੱਗਦਾ ਜਿੱਦਾਂ ਦੂਜਾ ਘਰ ਬਣਾ ਲਿਆ ਦਿੱਲੀ। ਲੇਕਿਨ ਕੁਦਰਤ ਕਰੇ ਅੱਜ ਦੀ ਮੀਟਿੰਗ ਭਾਵੇਂ ਲੰਬੀ ਹੋ ਜੇ, ਲੇਕਿਨ ਇਹ ਕਿਸੇ ਸਿਰੇ ਲੱਗੇ। ਮੈਨੂੰ ਅੱਜ ਇੱਕ ਬਹੁਤ ਵੱਡੇ ਸੋਰਸ ਤੋਂ ਪਤਾ ਲੱਗਿਆ, ਮੈਂ ਡਿਸਕਲੋਜ਼ ਨਹੀਂ ਕਰੂੰਗਾ, ਸਰਕਾਰੀ ਤੇ ਰਹਿ, ਦਿੱਲੀ ਦੇ ਵਿੱਚ ਜਿਹੜੇ ਸੱਤਾ ਦੇ ਗਲਿਆਰੇ ਆ, ਜਿਹੜੇ ਮਿਨਿਸਟਰ ਨੇ, ਜਿਹੜੇ ਗੱਲ ਕਰ ਰਹੇ ਆ, ਤੇ ਉੱਥੋਂ ਇਹ ਗੱਲ ਨਿਕਲ ਕੇ ਆਈ ਹੈ, ਔਰ ਇੱਕ ਵੱਡੇ ਪੋਲੀਟੀਸ਼ੀਅਨ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਕਿ ਅੰਦਰ ਸੰਜੀਦਗੀ ਨਾਲ ਇਹ ਗੱਲ ਹੋ ਰਹੀ ਹੈ ਕਿ ਇਸ ਅੰਦੋਲਨ ਨੂੰ ਪੋਜ਼ਿਟਿਵ ਰੁਖ ਦੇ ਵਿੱਚ ਖਤਮ ਕੀਤਾ ਜਾਵੇ। ਸਰਕਾਰ ਦੇ ਅੰਦਰ ਇਹ ਇੱਕ ਰਾਏ ਬਣ ਰਹੀ ਹੈ ਕਿ ਟਕਰਾਅ ਦੀ ਨੀਤੀ ਵੱਲ ਨਾ ਤੁਰਿਆ ਜਾਵੇ, ਇਹਨੂੰ ਨਿਬੇੜਿਆ ਜਾਵੇ। ਇਹਦਾ ਜਿਹੜਾ ਅਸਰ ਹੈ, ਉਹ ਅਸਰ ਬਹੁਤ ਗਲਤ ਸਰਕਾਰ ਤੇ ਜਾ ਰਿਹਾ। ਇੱਕ ਬਣੀ ਹੋਈ ਇਮੇਜ, ਇੱਕ ਅਕਸ ਖੁਰ ਰਿਹਾ। ਸਰਕਾਰ ਦਾ ਅਜਿੱਤ ਹੋਣ ਦਾ ਇੱਕ ਨਵਾਂ ਜਿਹੜਾ ਸੰਕਲਪ ਸਿਰਜ ਲਿਆ ਗਿਆ ਸੀ ਪਿੱਛੇ, ਉਹਦੇ ਤੇ ਦੇਖੋ ਜਿਹੜਾ ਇੱਕ ਆਪਣਾ ਜਿਹੜਾ ਇਮੇਜ ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ ਤੋਂ ਬਣਾਇਆ ਸੀ ਕਿ ਅਸੀਂ ਵਿਕਾਸ ਦੇ ਰਾਹ ਤੁਰ ਰਹੇ ਹਾਂ, ਅਸੀਂ ਤਬਦੀਲੀ ਵੱਲ ਆ ਰਹੇ ਹਾਂ, ਅਸੀਂ ਹਿੰਦੁਸਤਾਨ ਨੂੰ ਇੱਕ ਆਜ਼ਾਦ ਜਿਹਾ ਬਣਾ ਰਹੇ ਹਾਂ, ਉਹ ਜਿਹੜਾ ਇਮੇਜ ਹੈ ਉਹ ਧੁੰਦਲਾ ਪੈ ਰਿਹਾ ਇਸ ਸਾਰੇ ਸੰਘਰਸ਼ ਕਾਰਨ, ਜੋ ਅਜੇ ਤੱਕ ਸਾਹਮਣੇ ਆਇਆ। ਕਿਉਂਕਿ ਉਹਨਾਂ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਨਹੀਂ, ਹੁਣ ਸਾਨੂੰ ਬਦਲ ਜਾਣਾ ਚਾਹੀਦਾ। ਔਰ ਇਹ ਅਸੀਂ ਉਮੀਦ ਕਰਾਂਗੇ ਕਿ ਅਗਲੇ ਕੁਝ ਸਮੇਂ ਬਾਅਦ ਜਦੋਂ ਕਿਸਾਨ ਇਸ ਮੀਟਿੰਗ ਤੋਂ ਬਾਹਰ ਆਉਂਦੇ ਨੇ, ਤੇ ਫਿਰ ਇਹ ਅੱਜ ਕੁਝ ਖਬਰ ਐਸੀ ਜ਼ਰੂਰ ਹੋਵੇ ਜਿਹੜੀ ਰਾਹਤ ਦੇਵੇ। ਲੇਕਿਨ ਜਿਸ ਮੁੱਦੇ ਤੇ ਅਸੀਂ ਖੜੇ ਆ ਕਿ ਜਦੋਂ ਸਾਡੇ ਆਪਣੇ ਘਰਾਂ ਨੂੰ ਮੁੜਨਗੇ, ਤੇ ਫਿਰ ਇਸ ਖਿੱਤੇ ਦੀ ਇੱਕ ਦੇਰ ਤੋਂ ਵਿਗੜੀ ਹੋਣੀ ਉਹਨੂੰ ਸੰਵਾਰਨ ਦੀ ਗੱਲ ਸ਼ੁਰੂ ਹੋਊਗੀ। ਇੱਕ ਨਵੀਂ ਜੰਗ ਸ਼ੁਰੂ ਹੋਊਗੀ, ਉਹ ਹੋਊਗੀ ਵਿਵਸਥਾ ਨੂੰ ਬਦਲਣ ਦੀ। ਸਾਡੇ ਇੱਥੇ ਜਿੰਨੇ ਸਿਆਸੀ ਭੈੜ ਆ ਗਏ ਆ, ਉਹਨਾਂ ਦੇ ਵਿੱਚ ਕੋਈ ਸਿਫਤਯੋਗ ਤਬਦੀਲੀ। ਸੋ ਇਹਦੇ ਤੇ ਅਸੀਂ ਗੱਲ ਕਰਨੀ ਸੀ। ਔਰ ਸਰਦਾਰ ਸਾਹਿਬ, ਜਦੋਂ ਨਵਜੋਤ ਸਿੰਘ ਸਿੱਧੂ ਇੱਕ ਅਰਸਾ ਲਗਭਗ 4-5 ਸਾਲ ਤੋਂ ਇੱਕ ਹੀਰੋ ਵਾਂਗ ਵਿਚਰ ਰਿਹਾ, ਲੋਕ ਮਨਾਂ 'ਚ ਇੱਕ ਨਾਇਕ ਦੀ ਛਵੀ ਬਣ ਗਈ, ਫਿਰ ਉਹ ਛਵੀ ਖੁਰ ਗਈ। ਉੱਥੇ ਖੜੇ ਰਹਿਣਾ, ਸਥਾਪਿਤ ਰਹਿਣਾ ਉਹ ਸੰਭਵ ਨਹੀਂ ਹੋ ਸਕਿਆ। ਨਵਜੋਤ ਸਿੰਘ ਆਪਣੇ ਆਪ ਨੂੰ ਉਸ ਮਿਆਰ ਤੱਕ ਨਹੀਂ ਰੱਖ ਸਕੇ। ਅੱਜ ਉਹ ਨੈਗੋਸੀਏਸ਼ਨਸ ਨੇ, ਇੱਕ ਖਬਰ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਾਣਾ ਸੋਢੀ ਉਹਨਾਂ ਨੂੰ ਮਿਲ ਕੇ ਗਏ ਆ, ਉਹਨਾਂ ਨਾਲ ਗੱਲ ਹੋਈ ਆ। ਕੀ ਗੱਲ ਹੋਈ ਆ ਕਿ ਪਰਸੋਂ ਰਾਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਨੇ ਜੀ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਫੋਨ ਕੀਤਾ ਸਿੱਧੂ ਸਾਹਿਬ ਨੂੰ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਘਰ ਆ ਜਾਓ ਜੀ। ਲੇਕਿਨ ਇਸ ਤਰ੍ਹਾਂ ਅਚਨਚੇਤ ਆਉਣਾ, ਫਿਰ ਸਿੱਧੂ ਸਾਹਿਬ ਦੇ ਘਰ ਜਾ ਕੇ ਖਾਣਾ ਖਾਣਾ, ਔਰ ਜੋ ਇੱਕ ਲੜੀ ਚੱਲੀ ਆ ਕਿ ਕਦੇ ਸਿੱਧੂ ਸਾਹਿਬ ਦੇ ਘਰ ਰਾਵਤ ਆ ਗਏ ਤੇ ਉਹ ਖਾਣਾ ਖਾ ਗਏ, ਕਦੇ ਸਿੱਧੂ ਸਾਹਿਬ ਨੂੰ ਸੱਦ ਲਿਆ ਤੇ ਇਹ ਉੱਥੇ ਕੈਪਟਨ ਸਾਹਿਬ ਦਾ ਖਾਣਾ ਖਾਏ। ਔਰ ਉਹ ਜਦੋਂ ਖਾਣਾ ਖਾਣ ਗਏ ਉਸ ਦਿਨ ਰਾਣਾ ਸੋਢੀ ਮੌਕੇ ਤੇ ਸੀ। ਇਹਦਾ ਮਤਲਬ ਕਿ ਇੱਕ ਕੜੀ ਦੂਜੀ ਕੜੀ ਨਾਲ ਜੁੜ ਰਹੀ ਹੈ। ਲੇਕਿਨ ਉਸ ਵੇਲੇ ਵੀ ਰਾਣਾ ਗੁਰਮੀਤ ਸੋਢੀ ਉੱਥੇ ਮੌਜੂਦ ਸੀ। ਲੇਕਿਨ ਅਗਲਾ ਸਵਾਲ ਸਰਦਾਰ ਸਾਹਿਬ ਇਹ ਹੈ ਕਿ ਰਾਣਾ ਸੋਢੀ ਨੂੰ ਸਿੱਧੂ ਦਾ ਮਿਲਣਾ ਜਾਂ ਰਾਣਾ ਸੋਢੀ ਸਿੱਧੂ ਦੇ ਘਰ ਆਉਣਾ, ਇਹਨੂੰ ਇੱਕ ਹੋਰ ਚੌਖਟੇ 'ਚ ਰੱਖ ਕੇ ਦੇਖੀਏ ਕਿ ਨਵਜੋਤ ਸਿੰਘ ਸਿੱਧੂ ਜੋ ਸੀ, ਜੋ ਉਹਨਾਂ ਦੀ ਛਵੀ ਸੀ, ਇਹਦਾ ਮਤਲਬ ਉਹਦੇ ਨਾਲੋਂ ਹੁਣ ਉਹ ਜਿਹੜੀ ਨਵੀਂ ਛਵੀ ਹੈ ਉਹਦੇ 'ਚ ਢਲ ਰਹੇ ਆ। ਲੋਕ ਉਮੀਦ ਦਾ ਕੀ ਬਣਿਆ? ਜਿਸ ਲੋਕ ਉਮੀਦ ਨੇ ਇੱਕ ਐਸੇ ਬੰਦੇ ਨੂੰ ਸਪੋਰਟ ਕੀਤਾ ਜਿਹੜਾ ਪਹਿਲੀ ਸਥਾਪਤੀ ਨਾਲ ਲੜਿਆ, ਬਾਦਲਾਂ ਨਾਲ ਲੜਿਆ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਉਹਦਾ ਵਿਗਾੜ ਪੈਂਦਾ, ਲੋਕ ਆਪ ਮੁਹਾਰੇ ਸਿੱਧੂ ਦੇ ਨਾਲ ਖਲੋਤੇ ਰਹੇ। ਸਿੱਧੂ ਬਿਨਾਂ ਬੋਲਿਆ ਇੱਕ ਨਾਇਕ ਦੀ ਛਵੀ 'ਚ ਤੁਰਦਾ ਰਿਹਾ। ਫਿਰ ਉਹਨਾਂ ਲੋਕਾਂ ਦੇ ਵਿਸ਼ਵਾਸ ਦਾ ਕੀ ਬਣਿਆ? ਮੈਂ ਗੱਲ ਕਰ ਰਿਹਾ ਕਿ ਜਦੋਂ ਲੋਕਾਂ ਦੇ ਵਿਸ਼ਵਾਸ ਟੁੱਟਦੇ ਆ, ਕਿ ਤੁਹਾਡੇ ਕੋਲ ਬਦਲਵੀਂ ਰਾਜਨੀਤੀ ਲਈ ਜਿਹੜੇ ਚਿਹਰੇ ਸੀ, ਜਿਹੜੇ ਇੱਕ ਤਾਂ ਸਿੱਧੂ ਸਾਹਿਬ ਖੁਰ ਗਏ, ਜਿੰਨਾ ਮਰਜ਼ੀ ਕਹਿਣ, ਉਹ ਸਾਨੂੰ ਬੁਰਾ ਭਲਾ ਕਹਿਣਗੇ, ਲੇਕਿਨ ਸੱਚ ਆ, ਦੀਵਾਰ ਤੇ ਲਿਖਿਆ ਕਿ ਸਿੱਧੂ ਸਾਹਿਬ ਜਿਹੜੀ ਜਾਨ ਤੁਹਾਡੇ 'ਚ ਲੋਕਾਂ ਨੇ ਪਾਈ ਸੀ,
ਤੁਸੀਂ ਉਸ ਜਾਨ ਦੀ ਹਿਫਾਜ਼ਤ ਨਹੀਂ ਕਰ ਸਕੇ, ਤੁਸੀਂ ਉਸ ਵਿਸ਼ਵਾਸ ਤੇ ਖਰੇ ਨਹੀਂ ਉਤਰ ਸਕੇ। ਦੂਜਾ ਸਾਡੇ ਕੋਲ ਸਭ ਤੋਂ ਵੱਡਾ ਚਿਹਰਾ ਆਉਂਦਾ ਹੈ ਆਮ ਆਦਮੀ ਪਾਰਟੀ ਚ ਰਿਵੋਲਟ ਕਰਕੇ ਸੁਖਪਾਲ ਸਿੰਘ ਖਹਿਰਾ ਬਠਿੰਡੇ ਚ ਵਲੰਟੀਅਰ ਕਨਵੈਨਸ਼ਨ ਕਰ ਬਿਲਕੁਲ ਲੋਕਾਂ ਦਾ ਇੱਕ ਸਲਾਬ ਇੱਕ ਰੋ ਉਹਨਾਂ ਦੇ ਨਾਲ। ਇੱਥੇ ਪੰਜਾਬੀਆਂ ਨੂੰ ਇੱਕ ਖੂਬਸੂਰਤੀ ਰਹੀ ਹੈ ਕਿ ਇਹ ਜਿਹੜਾ ਵੀ ਬਾਗੀ ਆ, ਜਿਹੜਾ ਵੀ ਬਾਗੀ ਸੁਭਾਅ ਦਾ ਹੈ ਉਹਦੇ ਨਾਲ ਖਲੋਂਦੇ ਆ, ਜਿਹਦੇ ਨਾਲ ਜ਼ਿਆਦਤੀ ਹੋ ਰਹੀ ਹੈ, ਜਿਹਦੇ ਕੋਲੋਂ ਕੁਝ ਖੋਇਆ ਜਾ ਰਿਹਾ ਉਹਦੇ ਨਾਲ ਹੋ ਤੁਰਦੇ ਆ। ਸੋ ਉਸ ਫਹਿਰਿਸਤ ਵਿੱਚ ਜਿਹਦੇ ਚ ਸਿੱਧੂ ਆਉਂਦਾ ਉਸੇ ਵਿੱਚ ਖਹਿਰਾ ਆਉਂਦਾ। ਸੁਖਪਾਲ ਸਿੰਘ ਖਹਿਰਾ ਦੀ ਸਪੀਚ ਵੀ ਬੜੀ ਅੱਛੀ ਹੈ, ਸੁਖਪਾਲ ਸਿੰਘ ਖਹਿਰਾ ਦਾ ਔਰਾ ਵੀ ਚੰਗਾ ਹੈ, ਭਾਸ਼ਾ ਤੇ ਤਗੜੀ ਪਕੜ ਹੈ, ਫਾਈਟਰ ਮਾਦਾ ਹੈ। ਲੇਕਿਨ ਜਿੰਨੇ ਬੰਦੇ ਨਾਲ ਤੁਰੇ ਸੀ ਇੱਕ ਇੱਕ ਕਰਕੇ ਪਿਛਾਂ ਮੁੜ ਗਏ। ਆਖਰ ਲੀਡਰਸ਼ਿਪ ਕੁਆਲਿਟੀ ਤਾਂ ਇਹੀ ਹੈ, ਗੁਣ ਤਾਂ ਇਹੀ ਆ ਕਿ ਜਿਹੜੀ ਤੁਹਾਡੇ ਨਾਲ ਆਵਾਮ ਚੱਲ ਰਹੀ ਹੈ ਉਹਦੇ 'ਚ ਇਜ਼ਾਫਾ ਹੋਵੇ, ਉਹਦੇ 'ਚ ਵਾਧਾ ਹੁੰਦਾ ਰਹੇ। ਜੇਕਰ ਹੌਲੀ ਹੌਲੀ ਲੋਕ ਪਿਛਾਂ ਮੁੜ ਜਾਂਦੇ ਆ, ਇਹਦਾ ਮਤਲਬ ਤੁਹਾਡੀ ਕੋਈ ਖਾਮੀ ਵੇਖ ਕੇ ਮੁੜਦੇ ਆ, ਉਹ ਕਿਸੇ ਸੱਤਾ ਦੇ ਲਾਲਚ ਵੱਲ ਮੁੜਦੇ ਆ। ਸੋ ਜੇਕਰ ਖਹਿਰਾ ਨਾਲੋਂ ਟੁੱਟ ਕੇ ਬੰਦੇ ਵਾਪਸ ਗਏ, ਸੱਤਾ ਵੱਲ ਜਾਣ ਦੀ ਬਜਾਏ ਹੋਰ ਖੇਤਰਾਂ ਵੱਲ ਗਏ, ਇਹਦਾ ਮਤਲਬ ਕੰਪੈਰੀਟਿਵਲੀ ਮੁਕਾਬਲਤਨ ਖਹਿਰਾ ਸਾਹਿਬ ਉਹ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਇੱਕ ਲੀਡਰ ਵਾਲਾ ਉਹਦੇ ਤੇ ਖਰੇ ਨਹੀਂ ਉਤਰੇ। ਜਦੋਂ ਲੋਕ ਪੰਜਾਬ ਦੇ ਵਿੱਚ ਨਵੀਂ ਲੀਡਰਸ਼ਿਪ ਦੇਖਣਗੇ, ਕਿੱਧਰ ਦੇਖਣਗੇ? ਜਿਨ੍ਹਾਂ ਤੇ ਭਰੋਸਾ ਕੀਤਾ ਹੌਲੀ ਹੌਲੀ ਟੁੱਟਿਆ। ਜਦੋਂ ਤੁਸੀਂ ਬੈਂਸ ਭਰਾਵਾਂ ਨੂੰ ਦੇਖਦੇ ਹੋ ਉਹ ਵੀ ਸੀਮਤ ਹੋ ਜਾਂਦੇ ਆ, ਡਾਕਟਰ ਗਾਂਧੀ ਨੂੰ ਦੇਖਦੇ ਉਹ ਵੀ ਸੀਮਤ ਹੋ ਜਾਂਦੇ ਆ, ਛੋਟੇਪੁਰ ਅਕਸ ਨਹੀਂ ਬਣਾ ਪਾਉਂਦੇ। ਜਿੰਨੀ ਵੀ ਲੀਡਰਸ਼ਿਪ ਇਹਦੇ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂ ਕਿ ਇਸ ਵਾਰ ਜਦੋਂ ਸੁਖਪਾਲ ਸਿੰਘ ਖਹਿਰਾ ਦਿੱਲੀ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਮੰਚ ਦੇ ਨੇੜੇ ਬਿਲਕੁਲ ਸਰਦਾਰ ਸੁੱਚਾ ਸਿੰਘ ਛੋਟੇਪੁਰ ਵੀ ਬੈਠੇ ਨੇ। ਅੱਛਾ, ਸ਼ਾਇਦ ਛੋਟੇਪੁਰ ਸਾਹਿਬ ਦਾ ਵੀ ਇਹ 3-4 ਸਾਲ ਤੋਂ ਬਾਅਦ ਇਹ ਪਹਿਲੀ ਜਿਹੜੀ ਜਨਤਕ ਤੌਰ ਦੇ ਉੱਤੇ ਬੈਠਣ ਦਾ ਸਾਹਮਣੇ ਆਉਣਾ ਮੰਨਿਆ ਜਾਏਗਾ ਜੀ। ਲੇਕਿਨ ਸਵਾਲ ਇਹ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਖੜੀ ਹੋਈ ਆ ਕੇ, ਡਾਕਟਰ ਗਾਂਧੀ ਇੱਕ ਸਾਫ਼ ਸੁਥਰਾ ਚਿਹਰਾ, ਇਮਾਨਦਾਰ ਚਿਹਰਾ, ਲੇਕਿਨ ਪਤਾ ਨਹੀਂ ਲੱਗਾ ਪਾਰਟੀ ਦੇ ਵਿੱਚ ਕੋਈ ਨੁਕਸ ਸੀ ਜਾਂ ਡਾਕਟਰ ਗਾਂਧੀ ਦੇ ਵਿੱਚ ਸੀ ਕਿ ਉਹ ਪਾਰਟੀ ਦੇ ਦਾਇਰੇ ਅੰਦਰ ਹੀ ਸੁੰਗੜ ਗਏ। ਔਰ ਫਿਰ ਹੁਣ ਜਿਹੜੀ ਉਹਨਾਂ ਦੀ ਭੂਮਿਕਾ ਆਈ ਆ, ਇਹ ਜਿਹੜੀ ਕਿਸਾਨੀ ਲਹਿਰ ਆ, ਇਹਦੇ ਉੱਤੇ ਉਹਨਾਂ ਨੇ ਆਪਣਾ ਉੱਥੇ ਉਹੀ ਸਮਾਜ ਸੇਵਾ ਦਾ ਕੰਮ ਜਿਹੜਾ ਦਵਾਈਆਂ ਨਾਲ ਸੇਵਾ ਕਰਨੀ ਸੀਗੀ, ਉੱਥੇ ਜਿਹੜੇ ਲੋਕ ਪੁੱਜੇ ਨੇ ਉਹਦੇ ਵਾਲੇ ਪਾਸੇ ਆ ਗਏ ਨੇ ਜੀ। ਉੱਥੇ ਡਾਕਟਰ ਗਾਂਧੀ ਜਿਹੜੇ ਉਹ ਸਾਬਕਾ ਮੈਂਬਰ ਪਾਰਲੀਮੈਂਟ ਨਹੀਂ ਹੈ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਵਜੋਂ ਨਹੀਂ ਹੈ, ਇੱਕ ਡਾਕਟਰ ਵਜੋਂ ਨੇ। ਜਦੋਂ ਪੰਜਾਬ ਦੀ ਹੋਣੀ ਦੀ ਗੱਲ ਹੋਊਗੀ ਤੇ ਇਹ 117 ਬੰਦਿਆਂ ਦੀ ਚੋਣ ਤੇ ਨਿਰਭਰ ਹੋਊਗੀ। ਜਦੋਂ ਪੰਜਾਬ ਲਈ ਫਾਈਟ ਹੋਊਗੀ ਸੱਤਾ ਪਰਿਵਰਤਨ ਦੀ, ਉਦੋਂ ਸਭ ਤੋਂ ਵੱਡੇ ਇੱਕ ਚਿਹਰੇ ਦੀ ਅਗਵਾਈ ਹੋਊਗੀ, ਕਿਉਂਕਿ ਚਿਹਰਿਆਂ ਦੁਆਲੇ ਕੇਂਦਰਿਤ ਰਹੀ ਆ ਹੁਣ ਤੱਕ ਦੀ ਸਾਰੀ ਸਿਆਸਤ। ਇਹ ਦੋ ਵੱਡੇ ਸਵਾਲ ਹੱਲ ਹੋਣ ਵੱਲ ਕਦੇ ਪੂਰੇ ਹੀ ਨਹੀਂ ਹੋਏ। 117 ਬੰਦੇ ਲੱਖਾਂ ਦੀ ਸੰਗਤ ਚੋਂ ਲੱਭਣੇ ਕੋਈ ਔਖੇ ਨਹੀਂ। ਅੱਜ ਚੈਨਲਾਂ ਦੀ ਭਰਮਾਰ 'ਚ ਵੱਖ-ਵੱਖ ਲੋਕ ਇਸ ਮੰਚ ਨੂੰ ਵਰਤ ਰਹੇ ਆ। ਅੱਜ ਲੋਕਾਂ ਦੇ ਸਾਹਮਣੇ ਇੱਕ-ਇੱਕ ਕਰਕੇ ਲੋਕ ਐਕਸਪੋਜ਼ ਹੋ ਰਹੇ ਆ, ਸ਼ਬਦਾਂ ਰਾਹੀਂ ਵੀ, ਆਪਣੇ ਜਜ਼ਬਾਤ ਰਾਹੀਂ ਵੀ। ਹਰ ਕੋਈ ਹਾਜ਼ਰੀ ਲਵਾ ਰਿਹਾ। ਇਸ ਹਾਜ਼ਰੀ ਦੇ ਵਿੱਚੋਂ 90% ਉਹ ਲੋਕ ਆ ਜਿਹੜੇ ਮੁੜ ਕੇ ਪੰਜਾਬ ਵਿੱਚ ਆ ਕੇ ਆਪਣੇ ਪੈਰ ਲਾਉਣਾ ਚਾਹੁੰਦੇ ਆ। ਇਹ ਲੋਕ ਉੱਥੇ ਸੰਘਰਸ਼ ਕਰਦੇ ਲੋਕਾਂ ਦੇ ਨਾਲ ਖਲੋਤੇ ਆ, ਲੇਕਿਨ ਭੀੜ ਨਾਲੋਂ ਵੱਖਰੇ ਨੇ, ਸੰਗਤ ਨਾਲੋਂ ਵੱਖਰੇ ਹੋ ਕੇ ਨਜ਼ਰ ਆਉਣਾ ਚਾਹੁੰਦੇ ਨੇ। ਇਹਨਾਂ ਨੂੰ ਪਤਾ ਹੈ ਕਿ ਲਹਿਰਾਂ ਕਿਵੇਂ ਉੱਠਦੀਆਂ, ਕਿਵੇਂ ਲੋਕਾਂ ਦੀ ਬਣਦੀ ਆ। ਲੇਕਿਨ ਸਾਡੀ ਮੁਸ਼ਕਲ ਸਭ ਤੋਂ ਵੱਡੀ ਰਹੀ ਆ ਕਿ ਲੀਡਰਸ਼ਿਪ ਨੇ ਜਦੋਂ ਬੰਦਿਆਂ ਦੀ ਚੋਣ ਕਰਨੀ ਹੁੰਦੀ ਆ ਉੱਥੇ ਉਹ ਉੱਕ ਜਾਂਦੇ ਆ। ਆਮ ਆਦਮੀ ਪਾਰਟੀ 2017 'ਚ ਬਣਦੀ ਰਹਿ ਗਈ, ਕਿਉਂਕਿ ਚਿਹਰਿਆਂ ਦੀ ਜਿਹੜੀ ਚੋਣ ਸੀ ਉਹਦੇ 'ਚ ਉਕਾਈ ਹੋ ਗਈ। ਮੁੱਦਿਆਂ ਦੀ ਚੋਣ ਦੇ ਵਿੱਚ ਰਵਾਇਤੀ ਪਾਰਟੀਆਂ ਵਾਲਾ ਤੌਰ ਤਰੀਕਾ ਵਰਤ ਲਿਆ, ਬਣੀ ਹੋਈ ਲਹਿਰ ਮਿੱਟੀ 'ਚ ਮਿਲ ਜਾਂਦੀ ਹੈ। ਇਸੇ ਤਰੀਕੇ ਨਾਲ ਜਦੋਂ ਅਸੀਂ ਅੱਗੇ ਤੁਰ ਕੇ ਆ ਕੇ ਦੇਖਦੇ ਹਾਂ ਤੇ ਕੋਈ ਵੀ ਮੂਵਮੈਂਟ ਇੱਕ ਵਿਅਕਤੀ ਵਿਸ਼ੇਸ਼ਤਾ ਵਾਲੇ ਕੇਂਦਰਿਤ ਹੁੰਦੀ ਹੈ ਤੇ ਫਿਰ ਉਹਦੇ ਲਾਲਚ ਸਾਰੇ ਇਕੱਠੇ ਹੋ ਕੇ ਆ ਜਾਂਦੇ ਆ। ਅੱਜ ਪੰਜਾਬ ਨੂੰ ਸਰਦਾਰ ਸਾਹਿਬ ਲੋੜ ਆ, ਇਹ ਜੰਗ ਜਿੱਤੀ ਜਾਵੇ ਜਾਂ ਕਿਸ ਹੱਦ ਤੱਕ ਜਿੱਤੀ ਜਾਵੇ ਇਹ ਸਵਾਲ ਨਹੀਂਗਾ। ਪੰਜਾਬ ਉੱਠਿਆ ਹੈ, ਪੰਜਾਬ ਨੇ ਅੰਗੜਾਈ ਲਈ ਆ। ਇਸ ਸੂਬੇ ਦੇ ਲੋਕਾਂ ਨੇ ਆਪਣਾ ਅੰਦਰ ਜੋਇਆ, ਪਰਖਿਆ ਕਿ ਸਾਡੇ 'ਚ ਦਮਖਮ ਹੈ ਕਿ ਨਹੀਂ। ਹੁਣ ਉਸ ਦਮਖਮ ਦੀ ਤਰਜਮਾਨੀ ਕੌਣ ਕਰੇ, ਨੁਮਾਇੰਦਗੀ ਕੌਣ ਕਰੇ, ਇਹ ਵੱਡਾ ਸਵਾਲ ਹੈ। ਪੰਜਾਬ ਨੂੰ ਮੁੜ ਵਿਉਂਤਣ ਲਈ ਤੁਹਾਨੂੰ ਲੀਡਰਸ਼ਿਪ ਚਾਹੀਦੀ ਹੈ। ਲੀਡਰਸ਼ਿਪ ਵਿਜ਼ਨਰੀ ਹੋਣੀ ਚਾਹੀਦੀ ਹੈ, ਲੀਡਰਸ਼ਿਪ ਨਿਰਸਵਾਰਥ ਹੋਣੀ ਚਾਹੀਦੀ ਹੈ। ਇਹ 2-3 ਮਸਲੇ ਪੰਜਾਬ ਦੇ ਕਦੇ ਹੱਲ ਹੀ ਨਹੀਂ ਹੋਏ। ਪਿਆਰੇ ਆਗੂ ਆਏ, ਲੇਕਿਨ ਮੁੜ ਕੇ ਹੌਲੀ ਹੌਲੀ ਹਾਲਾਤ ਦੇ ਵਿੱਚ ਐਸੇ ਲਿਬੜ ਗਏ
ਕਿ ਮੁੜ ਕੇ ਲੋਕਾਂ ਨੇ ਉਹਨਾਂ ਨੂੰ ਚਿਮਟੇ ਨਾਲ ਵੀ ਨਹੀਂ ਛੂਇਆ। ਜੀ। ਕੀ ਕਰੀਏ ਕੀ ਨਾ ਕਰੀਏ, ਫਿਰ ਗੱਲ ਤਾਂ ਉੱਥੇ ਹੀ ਆਉਂਦੀ। ਦੇਖੋ ਗੱਲ ਤੇ ਬੜੀ ਸਾਫ਼ ਹੈ ਕਿ ਅਸੀਂ ਸਿਰਫ ਕਿਸਾਨੀ ਲਹਿਰ ਦੀ ਗੱਲ ਕਰਦੇ ਪਏ ਹਾਂ। 2 ਮਹੀਨਿਆਂ ਦਾ ਵਕਫਾ ਹੈ ਜੀ। 2 ਮਹੀਨਿਆਂ ਦੇ ਵਿੱਚ ਤੁਹਾਡੀ ਸਥਾਪਿਤ ਲੀਡਰਸ਼ਿਪ ਜਿਹੜੀ ਆ ਉਹ ਬਿਲਕੁਲ ਜਿਹਨੂੰ ਕਹਿ ਲਓ ਕਿ ਨਾ ਅਹਿਰ ਕਹਿ ਲਓ, ਜਾਂ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਹੀ ਨਹੀਂ ਕਿ ਤੁਸੀਂ ਹੈ ਕੌਣ। ਜੀ। ਇੱਕ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇੱਕ ਨਵੀਂ ਲੀਡਰਸ਼ਿਪ ਹੈ ਜਿਹੜੀ ਕਿ ਲੀਡਰਸ਼ਿਪ ਨਹੀਂ ਹੈ, ਜਿਹੜੀ ਸਿਆਸਤ ਦੇ ਵਿੱਚ ਨਹੀਂ ਹੈ, ਸਿਰਫ ਇੱਕ ਮੁੱਦੇ ਦੇ ਉੱਤੇ ਆਪਣੇ ਹੱਕਾਂ ਦੇ ਲਈ ਇਹ ਐਡੀ ਵੱਡੀ ਤਾਕਤ ਦੇ ਨਾਲ ਗੱਲ ਕਰ ਰਹੀ ਹੈ। ਜਿਹੜੇ ਲੋਕ ਕਹਿੰਦੇ ਸੀ ਅਸੀਂ ਤੁਹਾਡੇ ਨੁਮਾਇੰਦੇ ਆ, ਅਸੀਂ 10 ਸਾਲ ਤੁਹਾਨੂੰ ਰਾਜ ਭਾਗ ਦੇ ਸੌਂਪਿਆ, ਤੁਸੀਂ ਸਾਨੂੰ, ਅਸੀਂ 15 ਸਾਲ ਕੀਤਾ, ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਜਿਹੜੇ ਅਜੇ ਵੀ ਕਿਤੇ 2022 ਦੀ ਚੋਣ ਹੋਣੀ ਤੇ ਉਹਨਾਂ ਨੇ ਪਤਾ ਨਹੀਂ ਆਪਣੀਆਂ ਕਿੰਨੀਆਂ ਕੁ ਪ੍ਰਾਪਤੀਆਂ ਕਢਾ ਦੇਣੀਆਂ ਪਿਛਲੇ 15-20 ਸਾਲ ਦੀਆਂ। ਜੀ। ਲੇਕਿਨ ਉਹਨਾਂ ਦੀ ਉਹ ਇਸ ਪ੍ਰਾਪਤੀ ਦਾ ਕੋਈ ਜਵਾਬ ਨਹੀਂ ਦੇ ਸਕੇ ਕਿ ਕੀ ਕਾਰਨ ਬਣ ਗਏ ਕਿ ਲੋਕਾਂ ਦੀ ਤੁਹਾਡੇ ਤੋਂ ਵਿਸ਼ਵਾਸ ਹੀ ਉੱਠ ਗਿਆ। ਹੁਣ ਉਹੀ ਗੱਲ ਹੈ ਕਿ ਇਹ ਤੇ ਅਸੀਂ ਇਹਨਾਂ ਦੀ ਗੱਲ ਕਰਨੀ ਹੈ ਕਿ ਜਿਹੜੇ ਪਾਰਟੀਆਂ ਤੋਂ ਦੂਰ ਹੋ ਗਏ, ਚਾਹੇ ਖਹਿਰਾ ਨੇ ਚਾਹੇ ਆਪਣਾ ਨਵਜੋਤ ਸਿੱਧੂ ਨੇ, ਜਿਹੜੇ ਮੁੱਖ ਧਾਰਾ ਤੋਂ ਪਿਛਾਂਹ ਹਟ ਗਏ ਤੇ ਹੌਲੀ ਹੌਲੀ ਹਾਸ਼ੀਏ ਤੇ ਜਾਣ ਡੇ ਨੇ, ਤੇ ਜਿਹੜੇ ਲੋਕ ਪਾਰਟੀਆਂ ਦੇ ਵਿੱਚ ਬੈਠੇ ਨੇ, ਕਰਤਾ ਧਰਤਾ ਨੇ, ਜਦੋਂ ਉਹ ਵੀ ਆਪਣੀ ਜਿਹੜੀ ਕਹਿੰਦੇ ਨਾ ਅਣਦਿੱਖੀ ਮੌਤ ਮਰ ਰਹੇ ਨੇ। ਅਣਦਿੱਖ ਮੌਤ ਹੈ ਉਹ ਬਿਲਕੁਲ, ਕਿਉਂਕਿ ਜਿਹੜਾ ਸਮਾਂ ਉਹਨਾਂ ਦੇ ਲਈ ਤਿਆਰੀ ਦਾ ਸੀ, ਸ਼੍ਰੋਮਣੀ ਕਮੇਟੀ ਚੋਣਾਂ ਲਈ ਉਹਨਾਂ ਬੜਕਾਂ ਮਾਰਨੀਆਂ ਸੀ, 2022 ਦੇ ਲਈ ਉਹਨਾਂ ਨੇ ਰੈਲੀਆਂ, ਧਰਨੇ, ਕੀ ਕੁਛ ਨਹੀਂ ਸੀ ਕਰਨਾ, ਘਰ ਘਰ ਜਾਣਾ ਸੀ। ਸਾਰਾ ਮੁਲਕ ਜਿਹੜਾ ਉੱਥੇ ਬੈਠਾ ਆ, ਨਹੀਂ ਉੱਥੇ ਨਾ ਵੀ ਅੱਜ ਬੈਠਾ ਹੋਵੇ, ਹਾਂ, ਅੱਜ ਜਿਹੜੀ ਬੇਭਰੋਸਗੀ ਆ ਬਿਲਕੁਲ ਉਹਦਾ ਆਲਮ ਵੱਡਾ ਹੋ ਗਿਆ। ਬੇਵਿਸ਼ਵਾਸੀ ਆ। ਬਿਲਕੁਲ। ਜਿਹੜੇ ਬੰਦੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਇੱਥੇ ਫਿਕਰਮੰਦ ਨੇ ਹਾਂ। ਕਿ ਸਾਡਾ ਕੀ ਹੋਊ, ਬਿਲਕੁਲ ਇਹ ਸਰਦਾਰ ਸਾਹਿਬ ਦੀ ਗੱਲ 'ਚ ਬੜਾ ਵਜਨ ਹੈ। ਮੇਰੀ ਬਹੁਤ ਸਾਰੇ ਜਿਹੜੇ ਪੋਲੀਟੀਕਲ ਆਗੂ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਅੱਜ ਕੋਈ ਇਹ ਕੋਈ ਪੱਕੀ ਤਰ੍ਹਾਂ ਨਹੀਂ ਕਹਿਣ ਨੂੰ ਤਿਆਰ ਕਿ ਕੱਲ ਕੀ ਹੋਣ ਵਾਲਾ। ਇਸ ਵਾਰੀ 22 ਤੋਂ ਪਹਿਲਾਂ ਕੋਈ ਲਹਿਰ ਨਹੀਂ। ਇਸ ਤੋਂ ਪਹਿਲਾਂ ਜਦੋਂ ਵੀ ਕਿਧਰੇ ਇਲੈਕਸ਼ਨ ਆਉਂਦੀ ਆ, ਕੋਈ ਨਾ ਕੋਈ ਧਿਰ ਦਾ ਪਲੜਾ ਭਾਰਾ ਹੋ ਜਾਂਦਾ, ਕਿਸੇ ਸੱਤਾ ਦੇ ਖਿਲਾਫ ਹਵਾ ਚੱਲਣੀ ਸ਼ੁਰੂ ਹੋ ਜਾਂਦੀ। ਅੱਜ ਸੱਤਾ ਵਾਲੇ ਡਰੇ ਹੋਏ ਆ ਕਿ ਸਾਡਾ ਕੀ ਹੋਣਾ। ਜਿਹੜੇ ਵਿਰੋਧ ਵਿੱਚ ਸਦਾ ਕਹਿੰਦੇ ਰਹੇ ਕਿ ਇਹ ਗਏ ਤੇ ਅਸੀਂ ਆਉਣਾ, ਉਹਨਾਂ ਨੂੰ ਪਤਾ ਨਹੀਂ ਕਿ ਉਹ ਕਿੱਥੇ ਖਲੋਤੇ ਆ। ਅੱਜ ਇੱਕ ਵੱਡਾ ਸੰਕਟ ਖੜਾ ਹੋ ਗਿਆ ਕਿ ਪੰਜਾਬ ਦੇ ਲੋਕ ਕੀ ਕਰਨਗੇ ਔਰ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ, ਇਹ ਤਾਂ ਸਭ ਨੂੰ ਪਤਾ। ਪੰਜਾਬ ਦੇ ਲੋਕ ਇੱਕ ਵੱਡਾ ਬਦਲਾਅ ਚਾਹੁੰਦੇ, ਪਿਛਲੇ ਕਈ ਸਾਲਾਂ ਤੋਂ ਉਹ ਬਦਲਾਅ ਦੀ ਖਾਹਿਸ਼ ਪੂਰੀ ਨਹੀਂ ਹੋਈ। ਪਰ ਇਸ ਵਾਰੀ ਇਹ ਵੀ ਇੱਕ ਭਰਮ ਪੈਦਾ ਹੋ ਗਿਆ ਕਿ ਬਦਲਾਅ ਹੋਊਗਾ ਕਿਸ ਤਰ੍ਹਾਂ ਦਾ, ਬਦਲ ਕੌਣ ਲੋਕ ਨੇ। ਜਿਨ੍ਹਾਂ ਬਦਲਾਂ ਦੀ ਅਸੀਂ ਗੱਲ ਕੀਤੀ, ਜਿਨ੍ਹਾਂ ਨੇ ਰਲ ਕੇ ਕੋਈ ਢਾਂਚਾ ਬਣਾਉਣਾ ਸੀ, ਉਹ ਪਹਿਲਾਂ ਹਾਸ਼ੀਏ ਤੇ ਚਲੇ ਗਏ, ਕਿਸੇ ਦੀ ਕੋਈ ਬੁੱਕਤ ਨਹੀਂ ਰਹੀ। ਲੋਕ ਜੇ ਖੁੱਲ੍ਹੇਆਮ ਨਹੀਂ ਤੇ ਅੰਦਰ ਜਰਾ ਦੱਬ ਕੇ ਕਹਿ ਦਿੰਦੇ ਇਹਨਾਂ ਦੇ ਪੱਲੇ ਕੁਝ ਨਹੀਂ। ਪਰ ਫਿਰ ਪੱਲੇ ਕਿਹਦੇ ਆ, ਇਹ ਸਵਾਲ ਬਹੁਤ ਅਹਿਮ ਆ। ਇਹਨੂੰ ਹੱਲ ਕਰਨਾ ਪੰਜਾਬੀਆਂ ਨੇ। ਕਿ ਜਿਹੜੀ ਹੁਣ ਲੀਡਰਸ਼ਿਪ ਉੱਥੇ ਗੱਲਬਾਤ ਚਲਾ ਰਹੀ, ਕਿਸਾਨੀ ਵਾਲੀ ਲੀਡਰਸ਼ਿਪ ਆ, ਕਿ ਉਹਦੇ ਵਿੱਚੋਂ ਕੋਈ ਚਿਹਰਾ ਐਡਾ ਵੱਡਾ ਹੋ ਸਕਿਆ? ਮੈਂ ਸਮਝਦਾ ਅਜੇ ਤੱਕ ਉਹ ਸਮਾਂ ਨਹੀਂ ਆਇਆ। ਜਿੰਨੇ ਵੀ ਗਾਉਣ ਵਾਲੇ ਨੇ, ਜਿੰਨੇ ਵੀ ਸਟਾਰ ਨੇ, ਜਿੰਨੇ ਵੱਖ-ਵੱਖ ਖੇਤਰਾਂ ਦੇ ਸਟਾਰ ਨੇ, ਮੈਂ ਇਕੱਲੇ ਗਾਉਣ ਵਾਲਿਆਂ ਦੀ ਸਟਾਰ ਹਰ ਉਹ ਆ ਜਿਹਦਾ ਚਿਹਰਾ ਪਛਾਣਿਆ ਗਿਆ। ਉਹਦੇ 'ਚ ਕੁਝ ਵਕੀਲ ਵੀ ਹੋਣਗੇ, ਉਹਦੇ 'ਚ ਕੁਝ NGO ਵਾਲੇ ਹੀ ਆ, ਇਹ ਕੁਝ ਲੋਕ ਸਾਬਕਾ ਇਸ ਕ੍ਰਾਈਮ ਦੀ ਦੁਨੀਆ ਨਾਲ ਵੀ ਸੰਬੰਧਿਤ ਜਿਹੜੇ ਛੱਡ ਆਏ ਨੇ। ਲੇਕਿਨ ਵੱਡਾ ਸਵਾਲ ਇਹ ਆ ਕਿ ਕੀ ਉਹ ਹੌਲੀ ਹੌਲੀ ਆਪਣੇ ਪ੍ਰੋਫੈਸ਼ਨ 'ਚ ਨਹੀਂ ਪਰਤ ਜਾਣਗੇ? ਕੀ ਕੋਈ ਸਿੰਗਰ ਫੁੱਲ ਟਾਈਮ ਪੋਲਿਟਿਕਸ ਅਪਣਾ ਸਕਦਾ ਇੱਕ ਦੋਵਾਂ ਨੂੰ ਛੱਡ ਕੇ? ਕੀ ਕੋਈ ਐਕਟਰ ਇੰਨੀ ਜ਼ਰੂਰਤ, ਇੰਨੀ ਇਨਵੈਸਟਮੈਂਟ ਦਾ ਮਤਲਬ ਸਵੇਰੇ ਅਰਲੀ ਮਾਰਨਿੰਗ ਤੋਂ ਦੇਰ ਰਾਤ ਤੱਕ 10 ਦਿਨ 20 ਦਿਨ ਕਰੋਨਾ ਸੀ, ਹੁਣ ਤਾਂ ਵੈਸੇ ਵੀ ਫਿਲਮਾਂ ਨਹੀਂ ਸੀ ਬਣ ਰਹੀਆਂ ਔਰ ਸ਼ੋਅ ਨਹੀਂ ਸੀ ਲੱਗ ਰਹੇ। ਲੋਕਾਂ ਕੋਲ ਇਹ ਸਭ ਤੋਂ ਵੱਡੀ ਆਪਸ਼ਨ ਸੀਗੀ। ਜਿਨ੍ਹਾਂ ਲੋਕਾਂ ਲਈ ਇਹਨਾਂ ਨੇ ਕੰਮ ਕਰਨਾ ਸੀ ਉਹ ਸਾਰੇ ਧਰਨਿਆਂ ਤੇ ਸੀ। ਅੱਜ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ। ਇਹ ਇੱਕ ਮੂਵਮੈਂਟ ਆ ਜਿਹਦੇ 'ਚ ਜਿਹੜਾ ਨਹੀਂ ਨਜ਼ਰ ਆਇਆ ਉਹ ਰਗੜਿਆ ਜਾਊਗਾ। ਔਰ ਸਾਰੇ ਗਏ ਨੇ, ਸਭ ਨੇ ਗਾਣੇ ਵੀ ਬਣਾਏ ਆ, ਪੈਸੇ ਵੀ ਖਰਚੇ ਆ, ਲੇਕਿਨ ਪੈਸੇ ਬਣਾਏ ਵੀ ਆ। ਲੇਕਿਨ ਵੱਡਾ ਸਵਾਲ ਇਹ ਆ ਕਿ ਇਹ ਲੋਕ ਤਾਂ ਲਗਭਗ 99% ਆਪਣੇ ਕੰਮਾਂ ਤੇ ਪਰਤ ਜਾਣਗੇ। ਪੰਜਾਬ ਦੀ ਸੱਤਾ, ਪੰਜਾਬ ਦੀ ਸਥਾਪਤੀ, ਪੰਜਾਬ ਦਾ ਸਿਸਟਮ, ਇਹਦੇ ਵੱਲ ਕੌਣ ਜਾਊਗਾ? ਸਭ ਤੋਂ ਅਹਿਮ ਨੁਕਤਾ ਇਹ ਰਹੂਗਾ ਕਿ ਪੰਜਾਬ ਦੇ ਵਿੱਚ ਜਦੋਂ ਅਮਨ ਕਾਨੂੰਨ ਦੀ ਗੱਲ ਆਉਂਦੀ ਆ,
ਜਦੋਂ ਪ੍ਰਵਾਸ ਦੀ ਗੱਲ ਆਉਂਦੀ ਆ, ਰੁਜ਼ਗਾਰ ਦੀ ਗੱਲ ਆਉਂਦੀ ਆ, ਇੰਡਸਟਰੀ ਦੀ ਗੱਲ ਆਉਂਦੀ ਆ, ਖੇਤੀ ਤੇ ਮਾਰੀ ਨਹੀਂ ਸਕਦੀ। ਜਿਹਦੇ ਮਾਲਕ ਇੰਨੇ ਜ਼ਬਰਦਸਤ ਹੋਣ, ਵਾਰਸ ਹੋਣ, ਉਹਨਾਂ ਦਾ ਕੋਈ ਕੀ ਵਿਗਾੜ ਸਕਦਾ। ਕਿਸਾਨਾਂ ਨਾਲ ਤੇ ਕੋਈ ਹੁਣ ਪੰਗਾ ਲੈਣੋਂ ਰਿਹਾ, ਪਰ ਕਿਸਾਨ ਆਖਰ ਇਸ ਸਿਸਟਮ ਦਾ ਹਿੱਸਾ ਨੇ। ਜੇਕਰ ਸਾਡਾ ਪੂਰਾ ਸਰਕਾਰੀ ਤੰਤਰ ਜਿਹਦੇ ਚ ਬਿਊਰੋਕ੍ਰੇਸੀ ਸ਼ਾਮਲ ਆ, ਉਹ ਪੰਜਾਬ ਹਤੈਸ਼ੀ ਨਹੀਂ ਹੁੰਦੀ, ਇੰਡਸਟਰੀ ਪੰਜਾਬ ਦੇ ਵਿੱਚ ਪੈਰ ਨਹੀਂ ਪਸਾਰਦੀ, ਜਿੰਨਾ ਚਿਰ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜਣ ਦੀ ਬਜਾਏ ਇੱਥੇ ਰੋਟੀ ਰੋਜੀ ਦੇ ਜੁਗਾੜ ਜੋਗੇ ਨਹੀਂ ਹੋ ਜਾਂਦੇ ਜਾਂ ਇੱਥੇ ਖੁਸ਼ੀ ਹਾਸਲ ਨਹੀਂ ਕਰਦੇ। ਔਰ ਉਦੋਂ ਤੱਕ ਕੀ ਹੋਊਗਾ, ਇਹਦੇ ਲਈ ਇੱਕ ਵੱਡਾ ਪ੍ਰਬੰਧ ਕਰਨਾ ਪਊਗਾ, ਤੇ ਉਸ ਪ੍ਰਬੰਧ ਦੇ ਹਾਣ ਦੇ ਲੀਡਰ ਕਿੱਥੋਂ ਲਿਆਈਏ ਸਰਦਾਰ ਜੀ, ਇਹ ਸੰਕਟ ਆ। ਗੱਲ ਇਹ ਆ ਕਿ ਜਦੋਂ ਜਿੰਨਾ ਸੰਘਰਸ਼ ਚੱਲਿਆ ਉਹਦਾ ਅਜੇ ਤੱਕ ਕੋਈ ਸਿਆਸੀ ਪਾਰਟੀ ਸਿਹਰਾ ਨਹੀਂ ਲੈ ਸਕੀ। ਸਵਾਲ ਹੀ ਪੈਦਾ ਨਹੀਂ ਹੁੰਦਾ। ਆਖਰ ਫੈਸਲਾ ਤੇ ਉਸ ਵੇਲੇ ਹੋਣਾ ਜੀ, ਜਦੋਂ ਕੋਈ ਫੈਸਲਾ ਸਾਹਮਣੇ ਆਉਣਾ, ਜਦੋਂ ਇਹ ਹੋਣਾ ਕਿ ਵਾਕਿਆ ਹੀ ਇਸ ਲੜਾਈ ਨੇ ਹੋਰ ਗਾਂਹ ਤੁਰਨਾ, ਜੀ, ਜਾਂ ਜਿਹੜੇ ਕੇਂਦਰ 'ਚ ਲੋਕ ਬੈਠੇ ਨੇ ਉਹਨਾਂ ਨੇ ਕੋਈ ਸ਼ਾਂਤਮਈ ਹੱਲ ਲੱਭਣਾ, ਸਾਰਥਕ ਹੱਲ ਲੱਭਣਾ। ਜਦੋਂ ਉਹ ਹੱਲ ਸਾਹਮਣੇ ਆਏਗਾ ਤੇ ਯਕੀਨਨ ਦੋ ਧਿਰਾਂ ਦਾ ਨਾਂ ਬੋਲੇਗਾ। ਇੱਕ ਤੇ ਉਹ ਧਿਰ ਜਿਹੜੀ ਇੰਨਾ ਚਿਰ ਖਾਮੋਸ਼ ਰਹੀ ਹੈ 2 ਮਹੀਨੇ, ਲੇਕਿਨ ਅੱਗੇ ਆਈ ਹੈ। ਦੂਸਰਾ ਉਹ ਧਿਰ ਜਿਹੜੀ 70 ਸਾਲਾਂ ਤੋਂ ਪਿਸ ਰਹੀ ਸੀ, ਕਿਸਾਨੀ ਧਿਰ, ਜਿਹਨੂੰ ਹਰ ਸਿਆਸੀ ਪਾਰਟੀ ਨੇ ਵੋਟਾਂ ਵੇਲੇ ਵਰਤਿਆ। ਇਹ ਸਾਡਾ ਵੋਟ ਬੈਂਕ ਆ, ਅਸੀਂ ਇਹਦੇ ਹਤੈਸ਼ੀ ਹਾਂ ਹਮੇਸ਼ਾ। ਲੇਕਿਨ ਇਸ ਸਮੇਂ ਦੌਰਾਨ ਜਿਹੜੀਆਂ ਸਿਆਸੀ ਧਿਰਾਂ ਬਿਲਕੁਲ ਅਸਫਲ ਸਾਬਤ ਹੋ ਰਹੀਆਂ ਨੇ, ਤੇ ਆਖਰ ਸਿਹਰਾ ਕਿਹੜੀ ਲੀਡਰਸ਼ਿਪ ਦੇ ਗਲ 'ਚ ਪੈਣਾ। ਬਿਲਕੁਲ, ਜਿਹੜੀ ਲੀਡਰਸ਼ਿਪ ਉੱਥੇ ਬੈਠੀ ਹੈ, ਚਾਹੇ ਉਹ ਕਿਸੇ ਕੋਈ ਬੱਚਾ ਆ ਜਿਹੜਾ ਉਹਨਾਂ ਜਿਹੜੇ ਬੈਠੇ ਹੋਏ ਲੋਕ ਨੇ ਉਹਨਾਂ ਨੂੰ ਕੀਲ ਕੇ ਬੈਠਾ ਹੋਇਆ, ਚਾਹੇ ਉਹ ਲੀਡਰਸ਼ਿਪ ਜਿਹੜੀ 7-7 ਘੰਟੇ ਉੱਥੇ ਮੀਟਿੰਗਾਂ ਕਰਦੀ ਹੈ, 4-4 ਘੰਟੇ ਇੱਥੇ ਆਪਸ ਵਿੱਚ ਮਗਰਪੱਚੀ ਕਰਦੀ ਹੈ, ਫਿਰ ਸਾਰੇ ਉਹ ਲੋਕ ਜਿਹੜੇ ਇਸ ਜਿਹੜੀ ਮੁਹਿੰਮ ਹੈ, ਇਹ ਲਹਿਰ ਜਿਹੜੀ ਆ, ਉਹਨੂੰ ਆਪੋ ਆਪਣੇ ਮਾਧਿਅਮ ਦੇ ਨਾਲ, ਚਾਹੇ ਉਹ ਸੋਸ਼ਲ ਮੀਡੀਆ ਆ, ਚਾਹੇ ਟਵਿੱਟਰ ਆ, ਚਾਹੇ ਵਟਸਐਪ ਆ, ਚਾਹੇ ਫੇਸਬੁੱਕ ਆ, ਉਹਦੇ ਨਾਲ ਪੂਰੇ ਸੰਸਾਰ ਨੂੰ ਜੋੜੀ ਬੈਠੇ ਨੇ। ਆਖਰ ਇਹਦਾ ਵੀ ਤੇ ਸਿਹਰਾ, ਮਾਫ ਕਰਨਾ, ਜਦੋਂ ਕੋਈ ਮੁਹਿੰਮ ਫੇਲ ਹੋ ਜਾਂਦੀ ਆ ਤੇ ਲੋਕ ਫਤਵਾ ਦੇਣ ਲਈ ਬੜੀ ਜਲਦੀ ਆ ਜਾਂਦੇ ਨੇ। ਹਾਂ, ਆਉਂਦੇ। ਤੇ ਹੁਣ ਜਦੋਂ ਸਿਹਰਾ ਪੈਣ ਦੀ ਵਾਰੀ ਆਉਣੀ ਆ, ਤੇ ਜਿਨ੍ਹਾਂ ਨੇ ਸਾਰੀ ਉਮਰ ਦੀ ਘਾਲਣੀ ਹੋਈ ਆ, ਜਿਹੜੇ ਕਹਿੰਦੇ ਕਿ ਅਸੀਂ ਸਾਡੇ ਨਾਲ ਦਾ ਕੋਈ ਪੈਦਾ ਹੀ ਨਹੀਂ ਹੋਇਆ, ਹੁਣ ਉਹਨਾਂ ਦਾ ਧੌਣ ਜਿਹੜੀ ਆ ਬਿਨਾਂ ਸਿਹਰੇ ਤੋਂ ਰਹਿ ਜਾਵੇਗੀ। ਨਹੀਂ, ਉਹ ਨਹੀਂ ਪੈਣਾ, ਉਹ ਸਿਹਰਾ ਨਹੀਂ ਪੈਣਾ। ਮੈਂ ਆਖਰੀ ਗੱਲ ਕਰਕੇ ਇਸ ਬਾਣੀ ਨੂੰ ਵਿਰਾਮ ਦੇਵਾਂਗਾ ਕਿ ਜਦੋਂ ਮੁੜ ਕੇ ਗੱਲ ਹੋਊਗੀ ਤੇ ਜਜ਼ਬਾਤ ਨਾਲ ਨਹੀਂ ਬਣਨੀ। ਇੱਥੇ ਦਰਕਾਰ ਹੈ ਨਜ਼ਰੀਆ, ਵਿਜ਼ਨ ਤੋਂ ਬਿਨਾ ਕੋਈ ਸੱਤਾ ਚਲਾ ਨਹੀਂ ਹੁੰਦੀ, ਕੋਈ ਲੀਡਰਸ਼ਿਪ ਪ੍ਰਵਾਨ ਨਹੀਂ ਹੁੰਦੀ। ਤੇ ਪੰਜਾਬ ਦਾ ਹੁਣ ਤੱਕ ਦਾ ਸੰਕਟ ਇਹ ਰਿਹਾ ਕਿ ਭਾਵੇਂ ਸਾਡੀ ਲੀਡਰਸ਼ਿਪ ਕੋ ਵਿਜ਼ਨ ਤਾਂ ਹੋਊਗਾ, ਦਿਖਾਇਆ ਉਹਨਾਂ ਕਦੀ ਨਹੀਂ। ਅਸੀਂ ਕਿਸੇ ਤੇ ਐਲੀਗੇਸ਼ਨ ਨਹੀਂ ਲਾਉਂਦੇ ਕਿ ਉਹਨੂੰ ਇੰਨੀ ਸਮਝ ਨਹੀਂ ਸੀ, ਬੜੇ ਤਗੜੇ ਸਿਰਾਂ ਵਾਲੇ ਆ ਜਿਹੜੇ ਇੱਥੇ ਦਹਾਕਿਆਂ ਤੱਕ ਰਾਜ ਕਰ ਗਏ, ਪਰ ਆਖਰ ਉਹਨਾਂ ਦੇ ਮਤਲਬ ਏਡੇ ਵੱਡੇ ਕਿਉਂ ਹੋ ਗਏ ਕਿ ਸਟੇਟ ਬਹੁਤ ਛੋਟੀ ਨਜ਼ਰ ਆਈ ਉਹਨਾਂ ਨੂੰ। ਕੇਂਦਰ ਨਾਲ ਗੱਲਬਾਤ ਹੋਵੇ ਜਾਂ ਸਟੇਟ ਦੇ ਫੈਸਲੇ, ਅਸੀਂ ਮਰੇ ਥੱਲੇ ਹੀ ਥੱਲੇ ਗਏ। ਹੁਣ ਇਹ ਸਵਾਲ ਆ ਕਿ ਜਿਹੜੇ ਜਜ਼ਬਾਤ ਦੇ ਲਬਰੇਜ਼ ਲੋਕ ਦਿੱਲੀ 'ਚ ਨੇ, ਜਿਨ੍ਹਾਂ ਨੇ ਇਸ ਬੁਲੰਦ ਹਸਤੀ ਨੂੰ ਹੋਰ ਬੁਲੰਦ ਕੀਤਾ, ਪੰਜਾਬੀਆਂ ਦੀ ਸ਼ਾਨ ਨੂੰ ਵਧਾਇਆ, ਉਹ ਲੋਕ ਇਸ ਸੰਘਰਸ਼ ਨੂੰ ਲੜ ਸਕਦੇ ਆ। ਲੇਕਿਨ ਵਿਜ਼ਨਰੀ ਲੋਕਾਂ ਨੂੰ ਲੱਭ ਕੇ ਲਿਆਉਣਾ ਪਊਗਾ। ਉਹਨਾਂ ਚੋਂ ਵੀ, ਹੋਰ ਥਾਵਾਂ ਤੋਂ ਵੀ ਵਿਜ਼ਨਰੀ ਲੋਕਾਂ ਨੇ ਹੀ ਇਸ ਸਮਾਜ ਨੂੰ ਬਣਾਉਣਾ ਤੇ ਸੇਧ ਦੇਣੀ ਆ। ਇਹਦੇ ਤੇ ਰਾਜ ਕਰਨ ਵਾਲੇ ਨਹੀਂ, ਇਹਨੂੰ ਬਣਾਉਣ ਵਾਲੇ ਲੋਕ ਚਾਹੀਦੇ ਆ। ਸੋ ਇਹ ਵੱਡਾ ਸਵਾਲ ਹੈ ਕਿ ਜਿਹੜੀ ਲੀਡਰਸ਼ਿਪ ਬਦਲਵੇਂ ਪ੍ਰਬੰਧਾਂ ਲਈ ਕਦੇ ਵੇਖਦੇ ਰਹੇ ਆ, ਉਹਦਾ ਖੁਰ ਜਾਣਾ ਤਕਲੀਫ ਤੇ ਰਿਹਾ। ਆਮ ਬੰਦੇ ਦਾ ਉੱਠ ਕੇ ਆਪਣਾ ਸ਼ਮਲਾ ਸਮਾਨ ਜੱਡਾ ਕਰ ਲੈਣਾ ਮਾਣ ਵਾਲਾ ਹੈ, ਲੇਕਿਨ ਆਖਰ ਇਹ ਸਰਜ਼ਮੀਨ ਤੇ ਇਹ ਜੰਗ ਨੇ ਮੁੜ ਲੱਗਣਾ ਹੈ, ਤੇ ਇਹ ਜੰਗ ਨੇ 1 ਸਾਲ ਦੇ ਵਿੱਚ ਦਰਪੇਸ਼ ਹੋਣਾ। ਤੇ ਉਹ ਜਦੋਂ ਦਰਪੇਸ਼ ਹੋਏਗੀ, ਸਾਡੇ ਔਜ਼ਾਰ ਕਿੰਨੇ ਕੁ ਤਿੱਖੇ ਹੋਣਗੇ, ਸਾਡੇ ਜਜ਼ਬੇ ਕਿੰਨੇ ਕੁ ਮਗਦੇ ਹੋਣਗੇ, ਸਾਡੀ ਸੋਚ ਕਿੰਨੀ ਕੁ ਬੁਲੰਦ ਹੋਏਗੀ। ਅਸੀਂ ਮਤਲਬਾਂ, ਸ਼ਰਾਬ ਦੀਆਂ ਬੋਤਲਾਂ, ਥੋੜੇ ਬਹੁਤੇ ਪੈਸਿਆਂ, ਵੋਟਾਂ ਖਰੀਦਣ ਫਰੋਖਤ ਤੇ ਚੱਕਰਾਂ 'ਚ ਨਾ ਪੈ ਕੇ ਅੱਜ ਇਸ ਇਤਿਹਾਸਕ ਮੋੜ ਤੇ ਪੰਜਾਬ ਲਈ ਕੋਈ ਨਵਾਂ ਜਿਹਾ ਪ੍ਰਬੰਧ ਕਰ ਸਕੀਏ। ਇਸ ਆਸ ਵਿਸ਼ਵਾਸ ਨਾਲ ਸਾਡੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਹਾਡੇ ਵੱਲ ਤੱਕਦੀਆਂ ਨੇ। ਅਸੀਂ ਕਿਸੇ ਵੀ ਸਿਆਸੀ ਧਿਰ ਦਾ ਕੋਈ ਸਮਰਥਨ ਨਹੀਂ ਕਰਦੇ ਤੇ ਕਿਸੇ ਦਾ ਵਿਰੋਧ ਨਹੀਂ ਕਰਦੇ, ਲੇਕਿਨ ਇਸ
ਇਹਨਾਂ ਮੰਚਾਂ ਤੋਂ ਬੋਲਦੇ ਰਹਿਣ ਲਈ ਸਾਨੂੰ ਇੱਕ ਬਿਹਤਰ ਸਟੇਟ ਜ਼ਰੂਰ ਤੁਹਾਡੇ ਵਾਂਗ ਚਾਹੀਦੀ ਆ, ਜਿਹਦੇ ਲਈ ਅਸੀਂ ਅਰਦਾਸ ਵੀ ਕਰਦੇ ਆ ਤੇ ਆਵਾਮ ਤੋਂ ਆਸ ਵੀ ਕਰਦੇ ਆ ਉੱਠੇ। ਜਿਵੇਂ ਦਿੱਲੀ 'ਚ ਉੱਠੀ ਆ, ਜਿਵੇਂ ਪੰਜਾਬ ਤੋਂ ਦਿੱਲੀ ਦਾ ਰਸਤਾ ਬਣਿਆ, ਇਵੇਂ ਹੀ ਪਿੰਡਾਂ ਤੋਂ ਇਹ ਰਸਤਾ ਪੰਜਾਬ ਵਿਧਾਨ ਸਭਾ ਤੱਕ ਜਾਵੇ, ਸਕੱਤਰੇਤ ਤੱਕ ਜਾਵੇ। ਇਸ ਆਸ ਵਿਸ਼ਵਾਸ ਨਾਲ ਬਹੁਤ ਮਿਹਰਬਾਨੀ।